ਸਤਿ ਸ੍ਰੀ ਅਕਾਲ ਵਿਦਿਆਰਥੀਓ। ਮੈਂ ਅੱਜ ਤੁਹਾਡੇ ਲਈ ਲੈ ਕੇ ਆਈ ਹਾਂ ਸਾਡਾ ਅੱਜ ਦਾ ਵਿਆਕਰਣ ਭਾਗ ਦਾ ਮਹੱਤਵਪੂਰਨ ਵਿਸ਼ਾ ਪੜਨਾਮ। ਪੜਨਾਮ ਭਾਵ ਵਾਕ ਵਿੱਚ ਜਿਹੜਾ ਸ਼ਬਦ ਕਿਸੇ ਨਾਮ ਦੀ ਥਾਂ ਵਰਤਿਆ ਜਾਵੇ ਉਹ ਪੜਨਾਮ ਅਖਾਉਂਦਾ ਹੈ। ਜਿਵੇਂ ਅਸੀਂ, ਮੈਂ, ਤੂੰ, ਤੁਸੀਂ, ਤੁਹਾਡਾ, ਉਸ, ਇਹ, ਕਾਫੀ ਆਦਿ। ਜਿਵੇਂ ਅਸੀਂ ਗੱਲ ਕਰੀਏ ਕਿ ਕਰਨ ਪੜ੍ਹ ਰਿਹਾ ਹੈ ਤਾਂ ਇਸ ਦੇ ਵਿੱਚ ਕਰਨ ਕੀ ਹੈ? ਨਾਮ ਸ਼ਬਦ ਹੈ। ਅਸੀਂ ਗੱਲ ਕੀਤੀ ਸੀ ਕਿ ਵਾਕ ਵਿੱਚ ਜਿਹੜਾ ਸ਼ਬਦ ਨਾਮ ਦੀ ਥਾਂ 'ਤੇ ਵਰਤਿਆ ਜਾਵੇ ਉਹ ਪੜਨਾਮ ਅਖਾਉਂਦਾ ਹੈ। ਤਾਂ ਕਰਨ ਪੜ੍ਹ ਰਿਹਾ ਹੈ, ਕਰਨ ਪੜ੍ਹ ਰਿਹਾ ਹੈ ਦੀ ਜਗ੍ਹਾ 'ਤੇ ਅਸੀਂ ਲਿਖਿਆ ਕਿ ਉਹ ਪੜ੍ਹ ਰਿਹਾ ਹੈ, ਤਾਂ ਕਰਨ ਦੀ ਥਾਂ 'ਤੇ ਉਹ ਸ਼ਬਦ ਆਇਆ, ਤਾਂ ਉਹ ਸ਼ਬਦ ਕੀ ਹੈ? ਪੜਨਾਮ ਸ਼ਬਦ ਹੈ। ਅੱਗੇ ਹੈ ਪੜਨਾਮ ਦੀਆਂ ਕਿਸਮਾਂ। ਪੜਨਾਮ ਦੀਆਂ 6 ਕਿਸਮਾਂ ਹੁੰਦੀਆਂ ਹਨ। ਇਸ ਦੇ ਵਿੱਚ ਪੜਨਾਮ ਦੀ ਪਹਿਲੀ ਕਿਸਮ ਹੈ ਪੁਰਖਵਾਚਕ ਪੜਨਾਮ, ਭਾਵ ਜਿਹੜੇ ਪੜਨਾਮ ਕੇਵਲ ਕਿਸੇ ਪੁਰਖ ਦੀ ਥਾਂ ਹੀ ਵਰਤੇ ਜਾਣ ਉਹਨਾਂ ਨੂੰ ਪੁਰਖਵਾਚਕ ਪੜਨਾਮ ਆਖਿਆ ਜਾਂਦਾ ਹੈ। ਪੁਰਖਵਾਚਕ ਪੜਨਾਮ ਦੇ ਕੁਝ ਸ਼ਬਦ ਹੁੰਦੇ ਹਨ, ਜਿਵੇਂ ਮੈਂ, ਮੈਨੂੰ, ਅਸੀਂ, ਤੂੰ, ਤੁਸੀਂ, ਉਹ ਆਦਿ। ਅੱਗੋਂ ਪੁਰਖਵਾਚਕ ਪੜਨਾਮ ਦੀਆਂ ਵੀ 3 ਕਿਸਮਾਂ ਹੁੰਦੀਆਂ ਹਨ। ਇਸ ਦੇ 3 ਭਾਗ ਹਨ। ਇਸ ਦੇ ਵਿੱਚ ਪਹਿਲਾ ਹੁੰਦਾ ਹੈ ਉੱਤਮ ਪੁਰਖ, ਭਾਵ ਵਾਕ ਵਿੱਚ ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਆਖਿਆ ਜਾਂਦਾ ਹੈ। ਜਿਵੇਂ ਮੈਂ, ਮੇਰਾ, ਮੈਨੂੰ, ਸਾਨੂੰ, ਮੈਥੋਂ, ਸਾਥੋਂ, ਸਾਡਾ। ਇਹ ਸਾਰੇ ਕੀ ਨੇ? ਉੱਤਮ ਪੁਰਖ ਪੜਨਾਮ, ਭਾਵ ਵਾਕ ਵਿੱਚ ਜੋ ਗੱਲ ਕਰ ਰਿਹਾ ਹੋਵੇ। ਇਸ ਦੀ ਦੂਸਰੀ ਕਿਸਮ ਹੁੰਦੀ ਹੈ ਪੁਰਖਵਾਚਕ ਪੜਨਾਮ ਦੀ ਮੱਧਮ ਪੁਰਖ, ਭਾਵ ਵਾਕ ਵਿੱਚ ਜਿਸ ਨਾਲ ਗੱਲ ਕੀਤੀ ਜਾਵੇ ਉਹ ਮੱਧਮ ਪੁਰਖ ਹੁੰਦਾ ਹੈ ਕਿ ਕਰਤਾ ਦੁਆਰਾ ਜਿਸ ਨਾਲ ਗੱਲ ਕੀਤੀ ਜਾਂਦੀ ਹੈ। ਜਿਵੇਂ ਤੂੰ, ਤੁਹਾਥੋਂ, ਤੁਸੀਂ, ਤੇਰਾ ਆਦਿ। ਇਹ ਸਾਰੇ ਕਿਹੜੇ ਸ਼ਬਦ ਨੇ? ਮੱਧਮ ਪੁਰਖ। ਤੀਸਰੀ ਕਿਸਮ ਹੁੰਦੀ ਹੈ ਪੁਰਖਵਾਚਕ ਪੜਨਾਮ ਦੀ ਅਨਯ ਪੁਰਖ, ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਵੇ, ਭਾਵ ਦੋ ਜਿਹੜੇ ਮਿਲ ਕੇ ਗੱਲ ਕਰ ਰਹੇ ਹਨ, ਤੀਸਰੇ ਬਾਰੇ ਗੱਲ ਕਰ ਰਹੇ ਹਨ, ਉਸ ਨੂੰ ਅਨਯ ਪੁਰਖ ਕਿਹਾ ਜਾਂਦਾ ਹੈ। ਜਿਵੇਂ ਇਹ, ਉਹ, ਉਸ, ਉਹਨਾਂ, ਇਹਨਾਂ ਆਦਿ। ਇਹ ਹਨ ਪੁਰਖਵਾਚਕ ਪੜਨਾਮ ਦੀਆਂ 3 ਕਿਸਮਾਂ। ਪੜਨਾਮ ਦੀ ਪਹਿਲੀ ਕਿਸਮ ਹੈ ਪੁਰਖਵਾਚਕ ਪੜਨਾਮ। ਪੜਨਾਮ ਦੀ ਦੂਸਰੀ ਕਿਸਮ ਹੈ ਨਿਸ਼ਚੈਵਾਚਕ ਪੜਨਾਮ, ਭਾਵ ਜਿਹੜਾ ਪੜਨਾਮ ਕਰਤਾ ਦੀ ਥਾਂ 'ਤੇ ਵਰਤਿਆ ਜਾਵੇ ਜਾਂ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਨਿਸ਼ਚੈਵਾਚਕ ਪੜਨਾਮ ਕਿਹਾ ਜਾਂਦਾ ਹੈ। ਜਿਵੇਂ ਇਸ ਦੇ ਕੁਝ ਸ਼ਬਦ ਹੁੰਦੇ ਹਨ ਇਹ, ਉਹ ਆਦਿ। ਜਿਵੇਂ ਉਦਾਹਰਨ ਦੇ ਤੌਰ 'ਤੇ ਮੈਂ ਬੋਲਾਂ ਕਿ ਇਹ ਲਿਖ ਰਿਹਾ ਹੈ, ਅਸੀਂ ਬੋਲੀਏ ਕਿ ਰਾਮ ਲਿਖ ਰਿਹਾ ਹੈ। ਰਾਮ ਵੱਲ ਅਸੀਂ ਇਸ਼ਾਰਾ ਕੀਤਾ ਕਿ ਰਾਮ ਲਿਖ ਰਿਹਾ ਹੈ, ਨਿਸ਼ਚੈ ਹੈ, ਤਾਂ ਉਸ ਦੀ ਜਗ੍ਹਾ ਦੇ ਉੱਤੇ ਨਿਸ਼ਚੈ ਸ਼ਬਦ ਰਾਮ ਦੀ ਜਗ੍ਹਾ 'ਤੇ ਅਸੀਂ ਬੋਲਤਾ ਇਹ ਲਿਖ ਰਿਹਾ ਹੈ। ਇਹ ਕੀ ਹੈ? ਨਿਸ਼ਚੈਵਾਚਕ ਪੜਨਾਮ। ਇਸ ਤਰ੍ਹਾਂ ਹੀ ਉਹ ਆਪਸ ਵਿੱਚ ਲੜਦੇ ਸਨ, ਤਾਂ ਉਹ ਕੀ ਹੈ? ਨਿਸ਼ਚੈਵਾਚਕ ਪੜਨਾਮ। ਪੜਨਾਮ ਦੀ ਤੀਸਰੀ ਕਿਸਮ ਹੈ ਅਨਿਸ਼ਚੈਵਾਚਕ ਪੜਨਾਮ, ਭਾਵ ਜੋ ਪੜਨਾਮ ਕਿਸੇ ਵਸਤੂ ਦਾ ਅੰਦਾਜ਼ਾ ਤਾਂ ਦੱਸੇ ਪਰ ਉਸ ਦੀ ਪੂਰੀ ਗਿਣਤੀ ਨਾ ਦੱਸੇ, ਉਸ ਨੂੰ ਅਨਿਸ਼ਚੈਵਾਚਕ ਪੜਨਾਮ ਆਖਿਆ ਜਾਂਦਾ ਹੈ। ਜਿਵੇਂ ਅਨਿਸ਼ਚੈ ਹੈ, ਜਿਵੇਂ ਇਸ ਦੇ ਕੁਝ ਸ਼ਬਦ ਹੁੰਦੇ ਹਨ ਸਭ, ਬਹੁਤ, ਕੋਈ। ਇਹ ਅਨਿਸ਼ਚੈ ਸ਼ਬਦ ਨੇ, ਅਸੀਂ ਦੱਸ ਨਹੀਂ ਸਕਦੇ ਕਿ 2 ਹੈ, 4 ਹੈ, 10 ਹੈ, 20 ਹੈ, ਅਨਿਸ਼ਚੈ ਹੈ। ਜਿਵੇਂ ਅਸੀਂ ਬੋਲੀਏ ਉਦਾਹਰਨ ਦੇ ਤੌਰ 'ਤੇ ਕਿ ਸਭ ਨੇ ਲੇਖਾ ਤਾਂ ਦੇਣਾ ਹੀ ਹੈ। ਸਭ ਕੀ ਹੈ? ਅਨਿਸ਼ਚੈਵਾਚਕ ਪੜਨਾਮ। ਇਸ ਤਰ੍ਹਾਂ ਹੀ ਦੂਸਰੀ ਇਹਦੀ ਉਦਾਹਰਨ ਬੋਲਾਂਗੇ ਕਿ ਬਹੁਤ ਸਾਰੇ ਬੱਚੇ ਨੱਚ ਰਹੇ ਸਨ। ਵਾਕ ਦੇ ਵਿੱਚ ਬਹੁਤ ਕੀ ਹੈ? ਅਨਿਸ਼ਚੈ, ਕਿ ਬੱਚੇ ਨੱਚ ਰਹੇ ਹਨ। ਕਿੰਨੇ ਨੱਚ ਰਹੇ ਹਨ ਸਾਨੂੰ ਨਹੀਂ ਪਤਾ, ਬਹੁਤ ਬੱਚੇ ਨੱਚ ਰਹੇ ਹਨ, ਤਾਂ ਬਹੁਤ ਕੀ ਹੈ? ਅਨਿਸ਼ਚੈਵਾਚਕ ਪੜਨਾਮ। ਪੜਨਾਮ ਦੀ ਚੌਥੀ ਕਿਸਮ ਹੁੰਦੀ ਹੈ ਸੰਬੰਧਵਾਚਕ ਪੜਨਾਮ, ਭਾਵ ਜਿਹੜਾ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰੇ ਉਸ ਨੂੰ ਸੰਬੰਧਵਾਚਕ ਪੜਨਾਮ ਕਹਿੰਦੇ ਹਨ। ਜਿਵੇਂ ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ,
दूसरा शब्द दूसरा वाक ਅਸੀਂ ਬੋਲਾਂਗੇ ਸੁਰਿੰਦਰ ਜਿਸਨੇ ਤੈਨੂੰ ਮਾਰਿਆ ਸੀ ਦੌੜ ਗਿਆ। ਅਸੀਂ ਗੱਲ ਕੀਤੀ ਸੀ ਸੰਬੰਧਵਾਚਕ ਪੜਨਾਮ ਦੀ ਕਿ ਜਿਹੜਾ ਵਾਕ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰੇ। ਇਸ ਦੇ ਵਿੱਚ ਕੀ ਹੈ, ਸੁਰਿੰਦਰ ਜਿਸਨੇ ਤੈਨੂੰ ਮਾਰਿਆ ਸੀ ਦੌੜ ਗਿਆ। ਦੌੜ ਗਿਆ ਸਾਨੂੰ ਪਤਾ ਨਹੀਂ ਕੌਣ ਦੌੜ ਗਿਆ। ਜਿਸ ਇਸ ਵਾਕ ਦਾ ਸੰਬੰਧ ਉਪਵਾਕ ਦਾ ਸੰਬੰਧ ਇੱਕ ਹੋਰ ਉਪਵਾਕ ਨਾਲ ਕਰ ਦਈਏ ਕਿ ਸੁਰਿੰਦਰ ਜਿਸਨੇ ਤੈਨੂੰ ਮਾਰਿਆ ਸੀ, ਤਾਂ ਇਹ ਕੀ ਹੈ, ਸੰਬੰਧਵਾਚਕ ਪੜਨਾਮ। ਇਸ ਦੇ ਵਿੱਚ ਜਿਸਨੇ ਸ਼ਬਦ ਕੀ ਹੈ, ਸੰਬੰਧਵਾਚਕ ਪੜਨਾਮ। ਇਸ ਤਰ੍ਹਾਂ ਹੀ ਅਸੀਂ ਜੇ ਬੋਲੀਏ ਜੋ ਕਰੇਗਾ ਸੋ ਭਰੇਗਾ, ਸੋ ਭਰੇਗਾ ਜੋ ਕਰੇਗਾ, ਤਾਂ ਇਸ ਦੇ ਵਿੱਚ ਜੋ ਕੀ ਹੈ, ਸੰਬੰਧਵਾਚਕ ਪੜਨਾਮ। ਪੜਨਾਮ ਦੀ ਪੰਜਵੀਂ ਕਿਸਮ ਹੁੰਦੀ ਹੈ ਪ੍ਰਸ਼ਨਵਾਚਕ ਪੜਨਾਮ। ਜਿਹੜੇ ਸ਼ਬਦ ਪੜਨਾਮ ਵੀ ਹੋਣ ਅਤੇ ਉਹਨਾਂ ਰਾਹੀਂ ਪ੍ਰਸ਼ਨ ਵੀ ਪੁੱਛਿਆ ਜਾਵੇ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ ਹੈ। ਜਿਵੇਂ ਇਸ ਦੇ ਕੁਝ ਸ਼ਬਦ ਹੁੰਦੇ ਹਨ ਕੌਣ, ਕਿਸ, ਕਿਹੜਾ ਆਦਿ। ਇਹ ਕਿਹੜੇ ਸ਼ਬਦ ਨੇ, ਪ੍ਰਸ਼ਨਵਾਚਕ ਪੜਨਾਮ। ਜੇ ਅਸੀਂ ਉਦਾਹਰਨ ਦੇ ਤੌਰ 'ਤੇ ਬੋਲੀਏ ਕਿ ਕੌਣ ਰੌਲਾ ਪਾ ਰਿਹਾ ਹੈ, ਇਸ ਦੇ ਵਿੱਚ ਕੌਣ ਕੀ ਹੈ, ਪ੍ਰਸ਼ਨਵਾਚਕ ਪੜਨਾਮ। ਤਾਂ ਦੂਸਰੀ ਕਿਸਮ ਹੈ ਸਲੇਟ ਕਿਸਨੇ ਤੋੜੀ, ਤਾਂ ਕਿਸਨੇ ਕੀ ਸ਼ਬਦ ਹੈ, ਪ੍ਰਸ਼ਨਵਾਚਕ ਪੜਨਾਮ। ਪੜਨਾਮ ਦੀ ਛੇਵੀਂ ਤੇ ਅਖੀਰਲੀ ਕਿਸਮ ਹੁੰਦੀ ਹੈ ਨਿੱਜਵਾਚਕ ਪੜਨਾਮ। ਭਾਵ ਜੋ ਪੜਨਾਮ ਕਰਤਾ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ। ਧਿਆਨ ਨਾਲ ਸੁਣੋ ਕਿ ਜਿਹੜਾ ਸ਼ਬਦ ਕੀ ਹੈ ਪੜਨਾਮ ਵੀ ਹੈ, ਪਰ ਉਹ ਪੜਨਾਮ ਸ਼ਬਦ ਕਰਤਾ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਦਾ ਹੈ, ਜੋ ਕਰਤਾ ਦੀ ਥਾਂ 'ਤੇ ਵਰਤਿਆ ਜਾਵੇ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਨਿੱਜਵਾਚਕ ਪੜਨਾਮ। ਨਿੱਜਵਾਚਕ ਪੜਨਾਮ ਦੇ ਕੁਝ ਸ਼ਬਦ ਹੁੰਦੇ ਹਨ ਜਿਵੇਂ ਆਪ, ਆਪਣੇ, ਆਪੇ, ਖੁਦ ਆਦਿ। ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਬੋਲੀਏ ਕਿ ਮੁੰਡੇ ਆਪਸ ਵਿੱਚ ਝਗੜਦੇ ਰਹਿੰਦੇ ਹਨ, ਤਾਂ ਇੱਥੇ ਆਪਸ ਕੀ ਹੈ, ਨਿੱਜਵਾਚਕ ਪੜਨਾਮ। ਇਹਦੀ ਦੂਸਰੀ ਕਿਸਮ ਜੇ ਅਸੀਂ ਬੋਲੀਏ ਉਹ ਆਪੋ ਵਿੱਚ ਉਲਝ ਪਏ, ਤਾਂ ਆਪੋ ਕੀ ਹੈ, ਨਿੱਜਵਾਚਕ ਪੜਨਾਮ। ਧੰਨਵਾਦ।